परम शांति वीडियो ਦੇ ਕੰਟੀਨਿਊਸ਼ਨ 'ਚ ਅਗਲਾ ਪਾਰਟ। ਜਿਸ ਟਾਈਮ ਵਾਯੂਮੰਡਲ ਸਤੋ ਪ੍ਰਧਾਨ ਬਣਦਾ, ਫਿਰ ਆਨੰਦਮਈ ਕੋਸ਼ ਜਾਗਰਤ ਹੋ ਜਾਂਦਾ। ਆਨੰਦਮਈ ਕੋਸ਼ ਤਾਂ ਹਲਕੀ ਜਿਹੀ ਪਰਮ ਤੱਤਵਾਂ ਦੀ ਮਾਤਰਾ ਅਗਰ 1% ਵੀ ਆਈ ਆਏ, ਵਾਯੂਮੰਡਲ 'ਚ ਵੀ 1% ਵੀ ਪਰਮ ਤੱਤਵ ਆਈ ਜਾਣ, ਪਰਮ ਆਕਾਸ਼ ਵੀ ਆਈ ਜਾਏ, ਆਕਾਸ਼ ਦੇ ਅੰਦਰ 1% ਪਰਮ ਆਕਾਸ਼ ਵੀ ਆਈ ਜਾਏ, ਤਾਂ ਵੀ ਇੱਕਦਮ ਸਾਇਲੈਂਸ ਦੀ ਸ਼ਕਤੀ ਜ਼ਬਰਦਸਤ ਹੁੰਦੀ। ਔਰ ਫਿਰ ਜਲੂ ਸਾਇਲੈਂਸ ਦੀ ਸ਼ਕਤੀ ਹੁੰਦੀ, ਫਿਰ ਇਸ ਸਾਇਲੈਂਸ ਦੀ ਸ਼ਕਤੀ ਦੇ ਕਾਰਨ 1% ਪਰਮ ਆਕਾਸ਼ ਹੋਏ ਧਰਤੀਆਂ ਪਰ, ਤਾਂ ਫਿਰ ਇਸ ਸਤੋ ਪ੍ਰਧਾਨ ਵਾਯੂਮੰਡਲ ਮਤਲਬ ਆਕਾਸ਼ ਤੱਤਵ ਬੜਾ ਹੈਵੀ ਹੋ ਜਾਂਦਾ। ਫਿਰ ਜਿਸ ਟਾਈਮ ਆਕਾਸ਼ ਤੱਤਵ ਹੈਵੀ ਹੁੰਦਾ, ਫਿਰ ਵਾਯੂ ਔਰ ਜਲ ਦਾ ਕੁਛ ਨਹੀਂ ਚੱਲਦਾ। ਇਹ ਵਾਯੂ ਜਲ ਮਿੱਟੀ ਇਹ ਕੁਛ ਨਹੀਂ ਕਰ ਸਕਦੇ। ਪਰ ਔੜਾ ਵਾਲਾ ਵਾਯੂ ਤੱਤਵ ਦੂषित ਹੋਣੇ ਦੇ ਕਾਰਨ ਆਕਾਸ਼ ਤੱਤਵ ਦੂषित ਹੋ ਜਾਂਦਾ। ਇਸ ਲਈ ਪਰਮ ਤੱਤਵ 1% ਵੀ ਥਾ, ਉਹ ਵੀ ਚਲਾ ਗਿਆ। ਅੱਜ ਵਾਯੂਮੰਡਲ 'ਚ 0.0001% ਵੀ ਪਰਮ ਤੱਤਵ ਨਹੀਂ ਹੈ। ਪਰਮ ਤੱਤਵ ਦਾ ਅੰਸ਼ ਮਾਤਰ ਜਿਵੇਂ ਪਰਮ ਵਾਯੂ ਹੈ, ਪਰਮ ਅਗਨੀ ਹੈ, ਤਾਂ ਵਾਯੂਮੰਡਲ 'ਚ 0.0001% ਵੀ ਨਹੀਂ ਹੈ। ਤਾਂ 1% ਵੀ ਪਰਮ ਤੱਤਵ ਬੜੀ ਆਏ, ਮਤਲਬ ਪਰਮ ਵਾਯੂ, ਪਰਮ ਅਗਨੀ, ਪਰਮ ਆਕਾਸ਼। ਜਿਸ ਟਾਈਮ ਪਰਮ ਆਕਾਸ਼ बढ़दा, ਤਾਂ ਸਤਯੁਗ 'ਚ ਪਰਮ ਆਕਾਸ਼ 1% ਹੁੰਦਾ, ਤਾਂ ਪੂਰੀਆਂ ਪੰਜਾਂ ਤੱਤਵਾਂ ਦੀਆਂ ਸ਼ਕਤੀਆਂ ਇੱਕਦਮ ਸਤੋ ਪ੍ਰਧਾਨ ਬਣੀਆਂ ਦੀਆਂ। ਤਾਂ ਬੜੀਆਂ ਗਹਿਰੀਆਂ ਗੱਲਾਂ ਨੇ। ਉਹਨਾਂ ਗੱਲਾਂ ਜਿਸ ਟਾਈਮ ਮੈਂ ਸੋਚਦਾ ਤਾਂ ਬੜਾ ਅੱਛਾ ਲੱਗਦਾ। ਜਿਵੇਂ ਇੱਕਦਮ ਪਹਾੜ ਨਦੀਆਂ ਵੀ ਹੁੰਦੇ, ਤਾਂ ਪਹਾੜ ਔਰ ਨਦੀਆਂ ਵੀ ਇੱਕਦਮ ਰਿਫਾਈਨ ਹੋ ਜਾਂਦੀਆਂ। ਬਾਰਿਸ਼ ਹੁੰਦੀ ਤਾਂ ਨਦੀਆਂ ਬਹਿੰਦੀਆਂ, ਕੋਈ ਸਰੋਵਰ ਵੀ ਹੁੰਦੇ, ਤਾਂ ਸਰੋਵਰ 'ਚ ਇਸ਼ਨਾਨ ਕਰ ਤਾਂ ਜਲ ਵੀ ਇੱਕਦਮ ਸ਼ੀਤਲ ਹੁੰਦਾ। ਮਤਲਬ ਜਿਵੇਂ ਕਸ਼ੀਰ ਸਾਗਰ ਬੋਲੇ ਆ ਨਾ, ਕਸ਼ੀਰ ਸਾਗਰ ਤਾਂ ਵਿਸ਼ਨੂਪੁਰੀਆ 'ਚ ਹੁੰਦਾ। ਕਸ਼ੀਰ ਦੁੱਧੇ ਬੋਲਦੇ ਨਾ, ਕਸ਼ੀਰ ਸਾਗਰ ਉਹ ਇੱਕਦਮ ਦੁੱਧੇ ਸਾਈਆਂ ਸਫੇਦ ਹੁੰਦਾ, ਇੱਕਦਮ ਸਫੇਦ ਦੁੱਧੇ ਸਾਈਆਂ। ਕਸ਼ੀਰ ਸਾਗਰ ਤਾਂ ਵਿਸ਼ਨੂਪੁਰੀਆ 'ਚ ਹੁੰਦਾ, ਪਰ ਧਰਤੀ ਪਰ ਵੀ ਕਸ਼ੀਰ ਸਾਗਰ ਦਾ ਅੰਸ਼ ਮਾਤਰ ਹੁੰਦਾ। ਜਿਸ ਟਾਈਮ ਵਿਸ਼ਨੂਪੁਰੀ 'ਚ ਆਕਾਸ਼ ਤੱਤਵ ਦੀ ਮਾਤਰਾ ਜ਼ਿਆਦਾ ਹੁੰਦੀ, ਤਾਂ ਉੱਥੇ ਆਕਾਸ਼ ਤੱਤਵ 10% ਹੁੰਦਾ, ਪਰਮ ਆਕਾਸ਼ ਤੱਤਵ 10% ਹੁੰਦਾ, ਪਰਮ ਵਾਯੂ 20% ਹੁੰਦਾ, ਪਰਮ ਅਗਨੀ 20% ਹੁੰਦਾ। ਤਾਂ ਵਿਸ਼ਨੂਪੁਰੀ 'ਚ ਪਰਮ ਤੱਤਵ 50% ਹੁੰਦੇ, ਉਹਨਾਂ 'ਚੋਂ ਕਸ਼ੀਰ ਸਾਗਰ ਬੋਲਦੇ। ਵਿਸ਼ਨੂਪੁਰੀਏ ਕਸ਼ੀਰ ਸਾਗਰ ਵੀ ਬੋਲਦੇ। ਵਿਸ਼ਨੂਪੁਰੀਏ 'ਚ ਪਰਮ ਸੁੱਖ ਹੁੰਦਾ। ਫਿਰ ਵੀ ਜਿਸ ਟਾਈਮ ਵਿਸ਼ਨੂੰ ਦੇ ਅਵਤਾਰ ਹੁੰਦੇ, ਵਿਸ਼ਨੂਪੁਰੀਏ 'ਚ ਰਹਿਣੇ ਵਾਲੀਆਂ ਕਈ ਆਤਮਾएं ਉਹਨਾਂ ਕन्ने अवतार लेने धरती पर आउंदे कि सांझो भी भगवान ने कन्ने धरती पर अवतार लेना है। फिर ये भी इच्छाएं होंदियां कि भगवान ने कन्ने असां भी जान अवतार लैन, भगवान ने कुछ मदद करन। चाहे भले ड्रामा च अवतारे च उन्हां दा पार्ट कुछ भी नहीं होवे, तां भी जबरदस्ती आई जांदे। मगर जिस टाइम वो शिवपुरी च जांदे, शिव शक्तिपुरी च जिथे शिव शक्ति रहिंदे, ਉੱਥੇ 100% ਇੱਕਦਮ ਪਰਮ ਤੱਤਵ ਹੁੰਦੇ। ਉੱਥੇ ਮੋਰ ਦੈਨ 50% ਪਰਮ ਆਕਾਸ਼ ਹੁੰਦਾ। ਜਿਸ ਟਾਈਮ ਮੋਰ ਦੈਨ 50% ਪਰਮ ਆਕਾਸ਼ ਹੁੰਦਾ, ਫਿਰ ਹੀ ਪਰਮ ਵਾਯੂ, ਪਰਮ ਅਗਨੀ ਹੁੰਦੀ। ਤਾਂ ਇੱਕਦਮ ਸਾਇਲੈਂਸ ਦੀ ਸ਼ਕਤੀ ਕਿਤਨੀ ਹੁੰਦੀ ਸ਼ਿਵ ਸ਼ਕਤੀਪੁਰੀ 'ਚ। ਫਿਰ ਹੀ ਉੱਥੇ ਜਾਈ ਨੇ ਸਾਰੇ ਸਾਇਲੈਂਸ ਦੀ ਸ਼ਕਤੀ, ਇੱਛਾ ਮਾਤਰਮ ਅਵਿਦਿਆ ਹੋ ਜਾਂਦੇ। ਫਿਰ ਹੀ ਇਹ ਔਰ ਤਪੱਸਿਆ ਕਰੀਨੇ, शिव शक्ति ਦੀ ਆਰਾਧਨਾ ਕਰੀਨੇ ਉੱਪਰ ਪਰਮਧਾਮ ਚਲੇ ਜਾਂਦੇ। ਪਰਮਧਾਮ 'ਚ ਜਲੂ ਸਾਰੇ ਵਿਕਰਮ ਵਿਨਾਸ਼ ਹੋ ਜਾਂਦੇ। ਫਿਰ ਹੀ ਆਤਮਾ ਪਰਮਧਾਮ ਜਾਣੇ ਵਾਲੀ ਬਣਦੀ। ਫਿਰ ਹੀ ਉਹਦੀ ਅਵਸਥਾ ਕੇਵल्य ਅਵਸਥਾ, ਆਤਮਾ ਦੀ ਕੇਵल्य ਅਵਸਥਾ ਮਤਲਬ ਗਿਆਨਮय ਕੋਸ਼। ਉਸ ਆਤਮਾ ਜੋ ਗਿਆਨਮय ਕੋਸ਼ ਬੋਲਦੇ, ਉੱਥੇ ਸਰੀਰ ਤਾਂ ਹੁੰਦਾ ਹੀ ਨਹੀਂ। ਤਾਂ ਕੋਸ਼ ਮਤਲਬ ਕਿਆ ਰਹੀ ਹੈ, ਇੱਕ ਆਤਮਾ, ਉਹ ਆਤਮਾ ਬਣੀ ਹੈ ਕੇਵल्य ਅਵਸਥਾ, ਗਿਆਨਮय ਕੋਸ਼। और जिस टाइम ज्ञानमय कोश आत्मा होंदी, फिर एकदम परम शांति, परम ज्ञान, परम सुख, परम ज्ञान भी आउंदा, परम सुख भी आउंदा। पर वो परम सुख किस टाइम आउंदा, जिस टाइम आत्मा त्रिगुणातीत तिन्ना गुणा ते रहित बनदी। आत्मा सतो रजो तमो ब्रह्मापुरी ते नीचे हुंदे। जिस टाइम विष्णुपुरी ते नीचे हुंदे, विष्णुपुरी च भी रजो प्रधान अवस्था है वैकुंठ च। ਉੱਥੇ 50% ਪਰਮ ਤੱਤਵ ਔਰ 50% ਤੱਤਵ ਹੁੰਦੇ। ਉੱਥੇ ਮਤਲਬ ਰਜੋ ਪ੍ਰਧਾਨ ਹਨ, ਤਾਂ ਵੀ ਉਹਨਾਂ ਦੀ ਜਿਹੜੀ ਸਟੇਜ ਹੈ ਉਹ ਰਜੋ ਪ੍ਰਧਾਨ ਹੈ। ਬ੍ਰਹਮਾਪੁਰੀਏ 'ਚ ਤਾਂ ਇੱਛਾएं ਬੜੀਆਂ ਹੁੰਦੀਆਂ, ਇਸ ਲਈ ਬ੍ਰਹਮਾਪੁਰੀਏ 'ਤੇ ਹੌਲਾ ਹੌਲਾ ਨੀਚੇ ਜਾ, ਤਾਂ ਫਿਰ ਹੀ ਤਮੋ ਪ੍ਰਧਾਨ ਅਵਸਥਾ ਆਉਂਦੀ ਜਾਂਦੀ। ਔਰ ਫਿਰ ਤਿੰਨਾਂ ਲੋਕਾਂ 'ਚ ਤਮੋ ਪ੍ਰਧਾਨ ਅਵਸਥਾ ਬਦਲਤੀ ਰਹਿੰਦੀ।
ਫਿਰ ਭੂਲੋਕ ਭਵੁਰਲੋਕ ਸਵਰਲੋਕ 'ਚ ਉਹਨਾਂ ਦੀ ਸਟੇਜ ਬਦਲਦੀ ਰਹਿੰਦੀ। ਜਿਸ ਟਾਈਮ ਤਮੋ ਪ੍ਰਧਾਨ ਹੁੰਦੀ ਤਾਂ ਵਿਨਾਸ਼ ਹੁੰਦਾ। ਫਿਰ ਸਤੋ ਰਜੋ ਤਮੋ ਇਆਂ ਮਨੁष्य ਆਤਮਾ ਦੀ ਸਟੇਜ ਬਦਲਦੀ ਰਹਿੰਦੀ ਔਰ ਸਭ ਕੁਝ ਸ੍ਰਿਸ਼ਟੀ ਬਦਲਦੀ। ਔਰ ਜਿਸ ਟਾਈਮ ਆਤਮਾ ਪਰਮਧਾਮ ਜਾਂਦੀ ਤਾਂ ਕੇਵਲ ਅਵਸਥਾ ਹੁੰਦੀ, ਆਤਮਾ ਨਿਰਗੁਣ ਬਣੀ ਆਂਦੀ। ਜਿਸ ਟਾਈਮ ਨਿਰਗੁਣ ਕੋਈ ਗੁਣ ਨਹੀਂ ਹੈ, ਗੁਣਾਤੀਤ ਹੈ, ਆਤਮਾ 'ਚ ਕੋਈ ਗੁਣ ਨਹੀਂ ਹੈ, ਨਾ ਸਤੋ ਗੁਣ ਹੈ, ਨਾ ਰਜੋ ਗੁਣ ਹੈ, ਨਾ ਤਮੋ ਗੁਣ ਹੈ, ਕੋਈ ਵੀ ਗੁਣ ਨਹੀਂ ਹੈ, ਕੋਈ ਲੇਪ ਸ਼ੇਪ ਕੁਝ ਵੀ ਨਹੀਂ ਹੈ। आत्मा की कर्मातीत अवस्था, कोई भी कर्म नहीं है, कर्मातीत अवस्था है, वो भावातीत है, कोई भावना नहीं है। जिस टाइम में तक भावना च रहेंगे तो नीचे आई आना तो उत्थी भावातीत स्टेज है। कर्मातीत जिस टाइम होंदी जब भावातीत बनते भावना ते परे चली जाते, फिर ही कर्मातीत बनते। जिस टाइम कर्मातीत बनते ਤਾਂ ਫਿਰ ਗੁਣਾਤੀਤ ਬਣਦੇ, ਗੁਣਾ ਤੇ ਪਰੇ ਚਲੀ ਜਾਂਦੇ। ਸਤੋ ਰਜੋ ਤਮੋ ਤ੍ਰਿਗੁਣਾਤੀਤ, ਤਿੰਨ ਗੁਣ ਉੱਥੇ ਨਹੀਂ ਆਉਂਦੇ। ਤਿੰਨ ਗੁਣ ਤਾਂ ਫਿਰ ਸ਼ਿਵਪੁਰੀ 'ਚ ਵੀ ਨਹੀਂ ਹੁੰਦੇ, ਵਿਸ਼ਨੂਪੁਰੀ ਤੱਕ ਹੁੰਦੇ। ਫਿਰ ਤ੍ਰਿਗੁਣਾਤੀਤ मतलब गुणातीत, भावातीत, कर्मातीत होई गई आत्मा। निर्गुण, निरंजन, निराकार, केवल ज्ञान में कोश ਹੁੰਦਾ ਉੱਥੇ, केवल और केवल ज्ञान ਹੁੰਦਾ, ਪੂਰੇ ਬ੍ਰਹਮਾਂਡੇ ਦਾ ਗਿਆਨ। पूरी निराकारी आत्माएं 21 ਸੈਕਿੰਡ 'ਚ ਪੂਰੇ ਬ੍ਰਹਮਾਂਡੇ ਦਿਖੀ ਸਕਦੀਆਂ, ਪੂਰੇ ਬ੍ਰਹਮਾਂਡੇ 'ਚ ਇੱਕਦਮ ਦਿਖੀ ਸਕਦੀਆਂ। पर ਕਿਆਂ ਦਿਖਦੀਆਂ, ਜਿਹੀਆਂ ਬੋਲਦੇ ਨਾ, देखते हुए नहीं देखते, सुनते हुए नहीं सुनते, वाणी से परे ਰਹਿੰਦੇ। पर ਉੱਥੇ ਬਾਣੀ ਤਾਂ ਹੈ ਹੀ ਨਹੀਂ, ਮਗਰ ਉਹ ਜਿਹੀਆਂ ਇੱਕ ਨਾਟਕ ਦਿਖਦੇ ਨਾ, ਉਹ ਭਾਵਾਤੀਤ ਨਾਟਕ ਦਿਖਦੇ, ਪਰ ਜ਼ਿਆਦਾਤਰ ਦਿਖਦੇ ਹੀ ਨਹੀਂ। ਅਗਰ ਉਹ ਦਿਖਣਾ ਚਾਹਣ ਤਾਂ ਧਰਤੀ ਪਰ ਕਿਆ ਹੋਵਾ ਦਾ ਤਾਂ ਦਿਖੀ ਸਕਦੇ। परम धाम च रहने वाली आत्माएं पूरे ब्रह्मांडे च क्या हुआ दा, वो 21 पले च पूरे ब्रह्मांड दे आदि मध्य और अंत दी पूरी नॉलेज उन्हें हो जाती 21 सैकेंड च निर्गुण अवस्था च। पर वो इन्हां सारियां चीज़ां ते परे हुंदियां आत्माएं तां ब्रह्मांडे च असली चीज़ तां निर्गुण निराकार च परम धाम च मिलदी। परम धाम इसलिए बोले है ना, परम धाम परम आत्माएं रहने दी जगह, धाम मतलब रहने दी जगह, परम आत्माएं ਤਾਂ ਪਰਮ ਆਤਮਾएं ਕਾਲੂ ਬਣਦੀਆਂ। जब भावातीत, कर्मातीत, गुणातीत ਬਣਦੀਆਂ तब आत्मा परम आत्मा बनी आंदियां और आत्मा ही परम आत्मा बनदी। दिखा आकारी रूपे च देवता बोलते ना, और साकारी च मनुष्य बोलते, और नीचे जियां पताल लोकां जांदे तां असुर बोलते। तां ये निराकारी, आकारी और साकारी ये सृष्टि ब्रह्मांडे च, हर ब्रह्मांडे च, अनंत कोटि ब्रह्मांडा च यही हाल हुंदा। पर हर कोई ब्रह्मांड का समय अलग अलग हुंदा। जियां गैलेक्सियां च 800 अरब सोलर सिस्टम ਹਨ ਤਾਂ 800 अरब ब्रह्मांड ਹਨ ਤਾਂ 800 अरब शिव ਹਨ ਤਾਂ 800 अरब ब्रह्मांडां ਦਾ ਜਿਹੜਾ ਸਮੇਂ ਹੈ ਉਹ ਅਲੱਗ-ਅਲੱਗ ਹੈ। महाशिव ਦੀ ਇੱਕ ਪਲ 'ਚ ਤਾਂ ਸਾਰਾ ਸਮਾਪਤ ਹੋ ਜਾਂਦਾ। ਤਾਂ ਜਿਸ ਟਾਈਮ ਨਿਰਾਕਾਰੀ ਆਤਮਾएं ਪਾਵਰਫੁਲ ਹੁੰਦੀਆਂ, ਵਾਸਤਵ 'ਚ ਜਿਹੜੀ ਬ੍ਰਹਮਾ ਦੀ ਰਚਨਾ ਹੈ, ਬੜਾ ਸਮਝਣੇ ਦੇ ਆਏ ਕਿ ਜਿਹੜੀ ਬ੍ਰਹਮਾ ਦੀ ਰਚਨਾ ਹੈ, ब्रह्मांड 'ਚ ਜਿਹੜਾ ਬ੍ਰਹਮਾ ਦੁਆਰਾ ਸਰਜਨ ਹੋਇਆ, ਅਗਰ ਉਹ ਰਚਨਾ ਹੈ ਤਾਂ ਉਹ ਪਰਮਧਾਮ ਜਾਂਦੇ ਹੀ ਉਹ ਆਤਮਾ ਇੱਕਦਮ ਸ਼ਾਂਤ ਹੋ ਜਾਂਦੀ ਔਰ ਹੌਲਾ ਲਾਈਟ ਦੀ ਔਰ ਅਟਰੈਕਸ਼ਨ ਹੋਈ ਨੇ ਉਸ 'ਚ ਸਮਾਈ ਜਾਂਦੀ। ਕਿਉਂਕਿ ਇਸ ਬ੍ਰਹਮਾਂਡ ਦੇ ਸ਼ਿਵ ਨੇ ਬ੍ਰਹਮਾ ਦੁਆਰਾ ਸਰਜਨ ਕਰਵਾਇਆ ਉਸ ਆਤਮਾ ਦਾ। ਕਿਉਂਕਿ ਉਹ ਆਤਮਾ ਜਿਹੜੀ ਗਈ ਉਹ ਬ੍ਰਹਮਾ ਦੀ ਰਚਨਾ ਹੈ, ਇਸ ਲਈ ਬ੍ਰਹਮਾ ਦੁਆਰਾ ਜਿਹੜਾ ਸਰਜਨ ਕੀਤਾ ਤਾਂ ਉਹ ਜ਼ਿਆਦਾ ਪਾਵਰਫੁਲ ਆਤਮਾ ਨਹੀਂ ਹੁੰਦੀਆਂ। जियां निराकारी ते आकारी बनते, आकारी शिव शक्ति हैं तो शिव शक्ति ने मिली ने फिर विष्णु की रचना की तो अंश मात्र पावर गया। शिव शक्ति च भी निराकार दा अंश मात्र पावर आया, अंश दा भी अंश विष्णु बना, उसका भी अंश ब्रह्मा बनया। ब्रह्मा द्वारा सर्जन किया, वो भी अंश दा अंश हुंदा तो उस विच ज़्यादा परम लाइट शुरू च हुंदी। बाद च फिर परम आकाश दीयां आत्माएं बनदियां। फिर हौला आत्मा की स्टेज जिस टाइम ज़्यादा सर्जन हुंदा तां परम वायु, फिर परम अग्नि, फिर हौला इतनी तमो प्रधान आत्माएं बनी आंदियां तां फिर परम तत्व कुछ भी नहीं हुंदे, केवल आकाश तत्व दीयां आत्माएं बनदियां। तां जिस टाइम आकाश तत्व दीयां आत्माएं हन तां आकाश तत्व दीयां आत्माएं ब्रह्मापुरी तक जांदियां। उत्थे तक तां ठीक है, विष्णुपुरी जाते ही वो डाइल्यूट हो जांदियां, क्योंकि विष्णुपुरी च भी 10% परम आकाश है
और 50% टोटली तीनों परम तत्व न, इसलिए वो आत्माएं डाइल्यूट हो जांदियां। इसलिए विष्णुपुरी च कोई ऐसी वैसी आत्मा जा ही नहीं सकती। आसुरी वृत्ति वाले भी कदी कदी पहुंच ही आंदे, अगर वो बड़ियां पावरफुल आत्माएं होन। अगर वो इस ब्रह्मांडे दे ब्रह्मा दी रचना नहीं हन, वो दूइया गैलेक्सीਆਂ ਦੀਆਂ ਆਈਆਂ ਆਤਮਾएं ਹਨ। अगर 3-4 ਕਲਾ ਦੀਆਂ ਆਤਮਾएं ਹਨ, ਇੱਥੇ ਆਈ ਨਾ ਉਹ ਅਸੁਰ ਬਣੀ ਗਏ, ਉਹ ਗਿਰੀ ਗਏ ਜਾਂਦੇ। ਤਾਂ ਇਆਂ ब्रह्मांडे ਦੇ ਪਹਿਲੇ ਪਰਾਦੇ 'ਚ ਬੜੇ ਅਸੁਰ 7 ਪਤਾਲ ਲੋਕ ਭਰੇ ਥੇ। ਤਾਂ ਪਹਿਲੇ ਪਰਾਦੇ 'ਚ ਜਿਹੜੇ ਅਸੁਰ ਭਰੇ ਥੇ, ਜੈਲੂ ਦੂਗਾ ਪਰਾਦ ਸ਼ੁਰੂ ਹੋਇਆ ਤਾਂ ਸਾਰੇ ਅਸੁਰ ਮਨੁष्य ਬਣੀ ਨੇ ਉੱਪਰ ਆਉਣਾ ਲੱਗੇ, ਦੇਵਤਾ ਵੀ ਗਿਰਨਾ ਲੱਗੇ। और फिर दूसरे परात दे शुरुआत च G2 ते देवता आए, वो भी उपरे ते आए। ਤਾਂ देवता भी फिर रहना लगे और असुर भी रहना लगे। ਤਾਂ ਇਹ असुर और देवता मतलब आत्मा ਦੀ ਗੱਲ ਹੈ। असुर मतलब संस्कार असुर ਹਨ, देवता मतलब संस्कार दिव्य ਹਨ। ਜਿਨ੍ਹਾਂ ਆਤਮਾ ਦੇ ਸੰਸਕਾਰ ਦਿव्य ਹੋਣ ਉਹਨਾਂ ਨੂੰ ਦੇਵਤਾ ਬੋਲਦੇ। ਤਾਂ ਇਹ ਸਾਰੀਆਂ ਤਿਗੂਈਆਂ ਗੱਲਾਂ ਨੇ, ਸੂਖਸ਼ਮ ਸਮਝਣ ਵਾਲੀਆਂ ਗੱਲਾਂ ਨੇ। ਇਹਨਾਂ ਸਾਰੀਆਂ ਗੱਲਾਂ ਇਹ ਸਮਝਣੇ ਵਾਸਤੇ ਦਿव्य ਬੁੱਧੀ ਚਾਹੀਦੀ, ਪਰਮ ਬੁੱਧੀ ਚਾਹੀਦੀ। ਅਗਰ ਆਤਮਾ ਬਾਲ ਪਰਮ ਬੁੱਧੀ ਨਹੀਂ ਹੈ, ਕੇਵਲ ਬੁੱਧੀ ਨਹੀਂ ਇਹ ਸਭ ਸਮਝਣੇ ਵਾਸਤੇ ਬੁੱਧੀ ਵੀ ਸਤੋ ਪ੍ਰਧਾਨ ਚਾਹੀਦੀ। ਅਗਰ ਸਤਯੁਗ त्रेता तक बुद्धि सतो प्रधान है तो समझी आना। पर ये सब आत्मा की केवल्य अवस्था, परम धाम की अवस्था, ये मनोमय अवस्था, मन के ऊपर आनंद स्वरूप, परमानंद स्वरूप बोलते ना, परमानंद स्वरूपम, निजानंद स्वरूपम, नित्यानंद स्वरूपम। ये तो परम धाम च जाइने नित्यानंद हुंदा। वो तो आकारी दुनिया च ब्रह्मापुरी च भी नित्यानंद नहीं हुंदा, उत्थे भी इच्छाएं बढ़दियां। इसलिए बोलने का मतलब ये है कि जब तक आत्मा त्रिगुणातीत, भावातीत, कर्मातीत नहीं बनती, तब तक ये मने की जिहड़ी स्टेज है सतो प्रधान नहीं बनती और परम सतो प्रधान नहीं बनती। उस टाइम तक परमानंद नहीं आउंदा। जल्दी परम आनंद की शक्ति मिली जाए, परम आनंद की एक बार अनुभूति होई जाए, आत्मा जो परम धाम च निराकारी स्टेज की अनुभूति होई जाए, ਤਾਂ ਉਹ ਅਨੁਭੂਤੀ ਇਨਸਾਨ ਜੋ ਫਿਰ ਇਹ ਧਰਤੀਆਂ ਦੇ ਤਿੰਨਾਂ ਗੁਣਾਂ ਤੇ ਰਹਿਤ ਬਣਾਈ ਦਿੰਦੀ, ਉਹੀ ਭਾਵਨਾ ਤੇ ਪਰੇ ਲੈ ਜਾਂਦੀ, ਫਿਰ ਹੀ ਭਾਵਾਤੀਤ ਬਣ ਜਾਏਗੀ, ਫਿਰ ਹੀ ਆਤਮਾ ਦਾ ਕਲਿਆਣ ਹੋ ਜਾਣਾ। जब तक ये आत्मा निराकारी स्टेजा का अनुभव, परम धाम का अनुभव ना करे, आत्मा परम धाम च रही ने अनुभव ना करे और बेहद दी आत्मा ता बेहद दे परम धाम च रही ने, बुद्धि हमेशा बेहद दे परम धाम च रही ने, बेहद दे परम पिता ते पावर लेने हमेशा आत्मा जो रिफाइन करे। निराकारी स्टेज एकदम आत्मा जो रिफाइन करे, आत्मा च पावर आवा दी और बुद्धि हमेशा ऊंच ते ऊंच परम धाम च रहे। बेहद दे परम पिता से प्यार होगा तो पावर आएगा, प्यार ही पावर है। प्यार नहीं है तो पावर भी नहीं होगा। प्यार कब होगा? जिस टाइम पूरा ज्ञान आना। बेहद दे परम पिता जो बेहद दे ज्ञान से जानना, बेहद दा परम पिता बेहद के ज्ञान से ही उन्हें जानी सकते। ਜਿਹੜੀਆਂ ਆਤਮਾएं बेहद ਦੇ परम पिता जो ज्ञान नहीं ਜਾਣਦੀਆਂ, ਉਹ ਕਦੀ ਵੀ ਮਾਇਆ ਦੇ ਬੰਧਨਾਂ 'ਚ ਨਹੀਂ ਆਉਂਦੀਆਂ। ਗਿਆਨ ਆਉਂਦਾ, ਫਿਰ ਹੀ बेहद ਦਾ परम ਗਿਆਨ ਆਉਣੇ ਤੇ ਆਤਮਾ बेहद ਦਾ ਚਿੰਤਨ ਕਰਦੀਆਂ, ਤਾਂ ਫਿਰ ਹੀ ਆਤਮਾ ਮਾਇਆ ਜੀਤ ਬਣੀ ਆਉਂਦੀਆਂ। ਮਾਇਆ 'ਚ ਰਹੀਨੇ ਵੀ ਮਾਇਆ ਜੀਤ ਬਣਦੀਆਂ। बुद्धि उपराम हो जाती। बुद्धि हमेशा अपने लक्ष्य की ओर रहिंदी कि हूँ मिंजो जाना है ऊपर, हूँ थोड़ा ही टाइम है। इयां मन बुद्धि आई जाए कि मिंजो ऊपर जाना है, अंतिम समय है, तो मिंजो जाना ही है, जाना ही है। जिस टाइम ये बुद्धि आई जाए तो आत्मा इतनी रही ने भी जब माया से वैराग आंदा, माया जीत बनता, माया च रही ने माया जीत बनना। ये केवल ज्ञान स्वरूप वालियां आत्माएं ही ਜਿਹੜੀਆਂ ज्ञान जो जीवन च धारण करदियां, वो ज्ञान स्वरूप आत्माएं बनी आंदियां। फिर ही आत्मा बड़ियां अगे बढ़ी आंदियां। परम शांति बेहद की परम शांति सोचो, बोलो परम शांति। Join us daily for live meditation, 10 p.m. to 11 p.m. on YouTube Live. Subscribe now. Website www.paramshanti.org. Email us anant@paramshanti.org. Like, share, subscribe. Join today. बेहद की परम शांति।